ਭਲੀ ਭਈ ਜੋ ਭਉ ਭਰਿਆ, ਦਿਸਾ ਗਈ ਸਭ ਭੂਲ। ਓਰਾ ਗਰ ਪਾਨੀ ਪਿਆ, ਜਾਏ ਮਿਲਿਓ ਢਲ ਕੂਲ। ਦਿਸ਼ਾ ਗਈ ਬੋਲਣਾ ਹੈ, ਜਿਵੇਂ ਬਿੰਦੀ ਲੱਗੀ ਹੈ, ਗਈ ਨਹੀਂ ਬੋਲਣਾ, ਗਈ। ਕਬੀਰ ਭਲੀ ਪਈ, ਭਲੀ ਪਈ ਦਾ ਮਤਲਬ ਚੰਗਾ ਹੋ ਗਿਆ, ਯਾਨੀ ਮਨ ਦੀ ਹਾਲਾਤ ਜਿਹੜੀ ਹੈ ਚੰਗੀ ਹੋ ਜਾਂਦੀ ਹੈ। ਕਦੋਂ? ਜੋ ਭਉ ਭਰਿਆ, ਜਦੋਂ ਪ੍ਰਭੂ ਦਾ ਡਰ ਅੰਦਰ ਬਹਿ ਜਾਂਦਾ ਹੈ। ਡਰ ਦਾ ਮਤਲਬ ਅਦਬ, ਪਿਆਰ। ਜਿਸ ਦੇ ਹਿਰਦੇ ਦੇ ਅੰਦਰ ਰੱਬੀ ਗੁਣਾਂ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ, ਅਦਬ ਪੈਦਾ ਹੋ ਜਾਂਦਾ ਹੈ, ਡਰ ਪੈਦਾ ਹੋ ਜਾਂਦਾ ਹੈ, ਉਹਦੇ ਦਿਲ ਦੀ ਹਾਲਾਤ ਚੰਗੀ ਹੋ ਜਾਂਦੀ ਹੈ, ਉਹਦੀ ਸੋਚ ਮਹਾਨ ਹੋ ਜਾਂਦੀ ਹੈ। ਦਿਸ਼ਾ ਗਈ ਸਭ ਭੂਲ, ਦਿਸ਼ਾ ਦਾ ਮਤਲਬ ਹੋਰ ਪਾਸੇ ਦੀ ਭਟਕਣਾ, ਭੂਲ ਦਾ ਮਤਲਬ ਭੁੱਲ ਜਾਂਦੀਆਂ ਨੇ। ਉਹਨੂੰ ਹੋਰ ਪਾਸੇ ਸਾਰੇ ਭੁੱਲ ਜਾਂਦੇ ਨੇ, ਜਿਵੇਂ ਜਾਤੀਵਾਦ ਹੈ, ਮੇਰ ਤੇਰ ਹੈ, ਅਵਰਤਨ ਰਾਤੇ ਆਦਿ ਕਰਮ ਕਾਂਡ ਨੇ, ਝੂਠ ਫਰੇਬ ਹੈ, ਈਰਖਾ ਦਵੇਸ਼ ਹੈ। ਇਹ ਸਾਰੀਆਂ ਜਿਹੜੀਆਂ ਭਟਕਣਾਵਾਂ ਨੇ ਉਹਨੂੰ ਭੁੱਲ ਜਾਂਦੀਆਂ ਨੇ। ਉਹਦਾ ਮਨ ਹੋਰ ਪਾਸੇ ਬਿਲਕੁਲ ਨਹੀਂ ਭਟਕਦਾ, ਕੇਵਲ ਪ੍ਰਭੂ ਦੇ ਗੁਣਾਂ ਦੇ ਵਿੱਚ, ਰੱਬੀ ਰਜ਼ਾ ਦੇ ਅੰਦਰ ਉਹਦਾ ਮਨ ਜੁੜ ਜਾਂਦਾ ਹੈ। ਕਿਦਾ? ਜਿਸ ਦੇ ਮਨ ਦੇ ਅੰਦਰ ਡਰ ਪੈਦਾ ਹੋ ਜਾਏ, ਰੱਬ ਦਾ ਅਦਬ ਪੈਦਾ ਹੋ ਜਾਏ। ਹੁਣ ਇਹ ਚੀਜ਼ ਸਾਨੂੰ ਵਿਚਾਰ ਲੈਣੀ ਚਾਹੀਦੀ ਹੈ, ਕਿਉਂਕਿ ਜਿਸ ਦੇ ਨਾਲ ਅਸੀਂ ਪਿਆਰ ਕਰਦੇ ਹਾਂ, ਆਮ ਜੇ ਦੁਨਿਆਵੀ ਗੱਲ ਕਰਕੇ ਵੇਖੀਏ, ਕੋਈ ਰਿਸ਼ਤੇਦਾਰ, ਸੱਜਣ ਮਿੱਤਰ, ਜਿਸ ਦਾ ਸਾਡੀ ਜ਼ਿੰਦਗੀ ਵਿੱਚ ਅਦਬ, ਸਤਿਕਾਰ, ਪਿਆਰ ਹੋਵੇ, ਤਾਂ ਇੱਕ ਤਾਂ ਅਸੀਂ ਉਹਦੀ ਹਰ ਗੱਲ ਮੰਨਦੇ ਹਾਂ, ਦੂਜਾ ਅਸੀਂ ਉਸਦੀ ਹਰ ਸ਼ੈ ਦੇ ਨਾਲ ਪਿਆਰ ਕਰਦੇ ਹਾਂ, ਤੇ ਤੀਜਾ ਅਸੀਂ ਉਹਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਸਗੋਂ ਉਹਨੂੰ ਖੁਸ਼ੀ ਦੇਣਾ ਚਾਹੁੰਦੇ। ਇਸੇ ਤਰ੍ਹਾਂ ਜਦੋਂ ਰੱਬੀ ਪਿਆਰ ਕਿਸੇ ਦੀ ਜ਼ਿੰਦਗੀ ਵਿੱਚ ਪੈਦਾ ਹੋ ਜਾਂਦਾ ਹੈ, ਤਾਂ ਉਹ ਰੱਬ ਦੀ ਇਸ ਖਲਕਤ ਦੇ ਨਾਲ ਪਿਆਰ ਕਰਦਾ ਹੈ। ਇਸ ਦੁਨੀਆ ਦੇ ਅੰਦਰ ਕਿਸੇ ਦਾ ਉਹ ਨੁਕਸਾਨ ਨਹੀਂ ਕਰਦਾ, ਸਗੋਂ ਦੂਜਿਆਂ ਨੂੰ ਉਹ ਸੁੱਖ ਸ਼ਾਂਤੀ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਔਰ ਉਸ ਦੀਆਂ ਜਿੰਨਾ ਵੀ ਭਟਕਣਾ ਸੀ ਨਾ, ਮਨ ਕਦੇ ਕਿਸੇ ਪਾਸੇ ਭਟਕਦਾ ਸੀ, ਕਦੇ ਕਿਸੇ ਪਾਸੇ ਭਟਕਦਾ ਸੀ, ਉਸ ਦਾ ਮਨ ਭਟਕਣ ਤੋਂ ਰੁਕ ਜਾਂਦਾ ਹੈ, ਔਰ ਉਹ ਨਿਰੋਲ ਸੱਚ ਦੇ ਨਾਲ ਜੁੜ ਜਾਂਦਾ ਹੈ, ਰੱਬੀ ਗੁਣਾਂ ਦੇ ਨਾਲ ਜੁੜ ਜਾਂਦਾ ਹੈ। ਮਨ ਦੀ ਹਾਲਾਤ ਚੰਗੀ ਹੋ ਜਾਂਦੀ ਹੈ, ਬੋਲ ਚੰਗੇ ਹੋ ਜਾਂਦੇ ਨੇ, ਸੋਚ ਚੰਗੀ ਹੋ ਜਾਂਦੀ ਹੈ, ਬਿਹੇਵੀਅਰ ਚੰਗਾ ਹੋ ਜਾਂਦਾ ਹੈ। ਤੇ ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਇਹਦਾ ਉਹਨੂੰ ਫਲ ਕੀ ਮਿਲਦਾ ਹੈ? ਓਰਾ ਗਰ ਪਾਨੀ ਪਿਆ, ਜਾਏ ਮਿਲਿਓ ਢਲ ਕੂਲ। ਕੂਲ ਦਾ ਮਤਲਬ ਹੈ ਨਦੀ, ਢਲ ਦਾ ਮਤਲਬ ਰਿੜ ਕੇ, ਓਰਾ ਦਾ ਮਤਲਬ ਗੜਾ, ਗਰ ਦਾ ਮਤਲਬ ਗਲ ਕੇ, ਪਾਣੀ ਪੈ ਦਾ ਮਤਲਬ ਪਾਣੀ ਬਣ ਗਿਆ। ਤਾਂ ਜਿਵੇਂ ਗੜਾ ਪਿਆ ਹੋਵੇ ਨਾ, ਆਕਾਸ਼ ਵਿੱਚੋਂ ਜਦੋਂ ਗੜੇ ਡਿੱਗਦੇ ਨੇ, ਤਾਂ ਗੜਾ ਵਾਸਤਵ ਵਿੱਚ ਵੈਸੇ ਤੇ ਪਾਣੀ ਹੀ ਹੁੰਦਾ ਹੈ, ਟੈਂਪਰੇਚਰ ਮਾਈਨਸ ਹੋਣ ਕਰਕੇ, ਤੇ ਉਹ ਜੰਮ ਜਾਂਦਾ ਹੈ। ਨਦੀ ਦੇ ਕਿਨਾਰੇ ਗੜਾ ਪਿਆ ਹੋਇਆ ਹੈ, ਔਰ ਨਦੀ ਤੋਂ ਵੱਖਰਾ ਹੈ, ਪਰ ਜਦੋਂ ਉਸ ਨੂੰ ਸੇਕ ਮਿਲਦਾ ਹੈ, ਨਿੱਘ ਮਿਲਦਾ ਹੈ, ਉਹ ਗੜਾ ਗਲਦਾ ਹੈ, ਢਲ ਜਾਂਦਾ ਹੈ। ਤੇ ਜਦੋਂ ਢਲ ਜਾਂਦਾ ਹੈ, ਪਾਣੀ ਬਣਦਾ ਹੈ, ਤੇ ਰਿੜ ਕੇ ਨਦੀ ਵਿੱਚ ਮਿਲ ਕੇ ਨਦੀ ਦਾ ਰੂਪ ਹੋ ਜਾਂਦਾ ਹੈ। ਨਿੱਕਾ ਜਿਹਾ ਬਣਿਆ ਸੀ, ਕਠੋਰਤਾ ਸੀ ਉਹਦੇ ਵਿੱਚ, ਨਦੀ ਦੇ ਕਿਨਾਰੇ ਹੁੰਦਾ, ਨਦੀ ਤੋਂ ਵੱਖਰਾ ਸੀ, ਪਰ ਜਦੋਂ ਸੇਕ ਮਿਲਦਾ ਹੈ ਨਾ, ਨਿੱਘ ਮਿਲਦਾ ਹੈ, ਉਦੋਂ ਉਹ ਗੜਾ ਪਾਣੀ ਬਣ ਜਾਂਦਾ ਹੈ, ਢਲ ਕੇ, ਰਿੜ ਕੇ ਨੀਵੇਂ ਪਾਸੇ ਨੂੰ ਨਦੀ ਵਿੱਚ ਜਾ ਕੇ ਮਿਲ ਜਾਂਦਾ, ਤੇ ਇੱਕ ਦਰਿਆ ਬਣ ਜਾਂਦਾ। ਇਸੇ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਅੰਦਰ ਪ੍ਰਭੂ ਦਾ ਭੈ, ਅਦਬ ਪੈਦਾ ਹੁੰਦਾ ਹੈ, ਗੁਰਬਾਣੀ ਔਰ ਗੁਰੂ ਗਿਆਨ ਦਾ ਸੇਕ, ਨਿੱਘ ਸਾਨੂੰ ਮਿਲਦਾ ਹੈ, ਤਾਂ ਤਿਵੇਂ ਜਿਵੇਂ ਗੜਾ ਪੰਘਰ ਕੇ ਪਾਣੀ ਵਿੱਚ ਜਾ ਰਲਦਾ ਨਾ, ਇਵੇਂ ਸਾਡੀ ਈਗੋ ਖਤਮ ਹੋ ਜਾਂਦੀ, ਔਰ ਬੰਦਾ ਰੱਬ ਦੇ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦਾ। ਜਿਵੇਂ ਅਸੀਂ ਪਿੱਛੇ ਸ਼ਲੋਕ ਪੜ੍ਹ ਰਹੇ ਹਾਂ ਨਾ, ਕਬੀਰ ਰੋੜਾ ਹੋਏ ਰੋਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਤੇ ਇਹਨਾਂ ਸ਼ਲੋਕਾਂ ਵਿੱਚ ਅੱਗੇ ਜਾ ਕੇ ਕਹਿੰਦੇ ਸਨ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ।
ਤਾਂ ਉਹ ਬੰਦਾ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਜਾਂਦਾ ਹੈ। ਕੌਣ? ਜਿਹਦੇ ਅੰਦਰ ਪ੍ਰਭੂ ਦੀ ਪ੍ਰੀਤ, ਡਰ ਔਰ ਅਦਬ ਪੈਦਾ ਹੋ ਜਾਂਦਾ ਹੈ। ਉਹਦਾ ਮਨ ਇਧਰ ਉਧਰ ਭਟਕਣ ਤੋਂ ਹਟ ਜਾਂਦਾ ਹੈ। ਤਾਂ ਦੇਖੋ ਕਿੰਨਾ ਸੌਖਾ ਸਾਧਨ ਦੱਸ ਰਹੇ ਨੇ ਇੱਥੇ। ਨਾ ਤਾਂ ਕੋਈ ਮਾਲਾ ਫੇਰਨ ਦੀ ਗੱਲ ਦੱਸੀ ਜਾ ਰਹੀ ਹੈ, ਨਾ ਕੋਈ ਕਰਮ ਕਾਂਡ ਕਰਨ ਦੀ ਗੱਲ ਦੱਸੀ ਜਾ ਰਹੀ ਹੈ, ਨਾ ਸੰਸਾਰ ਨੂੰ ਤਿਆਗਣਾ ਹੈ, ਨਾ ਪਰਿਵਾਰ ਨੂੰ ਤਿਆਗਣਾ ਹੈ। ਸਿਰਫ ਆਪਣੀ ਜ਼ਿੰਦਗੀ ਅੰਦਰ ਪ੍ਰਭੂ ਦਾ ਅਦਬ ਪੈਦਾ ਕਰਨਾ, ਪ੍ਰਭੂ ਦਾ ਪਿਆਰ, ਰੱਬੀ ਗੁਣਾਂ ਦਾ ਪਿਆਰ ਪੈਦਾ ਕਰਨਾ ਹੈ, ਸਮਰਪਣ ਪੈਦਾ ਕਰਨਾ। ਤੇ ਜਦੋਂ ਗੁਣਾਂ ਦੇ ਅੰਦਰ ਅਸੀਂ ਸਮਰਪਣ ਕਰਾਂਗੇ, ਸਾਡੀ ਜ਼ਿੰਦਗੀ ਚੋਂ ਈਗੋ ਹੰਕਾਰ ਖਤਮ ਹੋਵੇਗਾ, ਤਾਂ ਬੰਦਾ ਪ੍ਰਭੂ ਦੇ ਅੰਦਰ ਮਿਲ ਕੇ ਪ੍ਰਭੂ ਦਾ ਹੀ ਰੂਪ ਹੋ ਜਾਏਗਾ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ, ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ। ਧੂਰ ਦਾ ਮਤਲਬ ਧੂੜ, ਮਿੱਟੀ। ਸਕੇਲ ਕਹਿ ਦਾ ਮਤਲਬ ਇਕੱਠੀ ਕਰਕੇ। ਪੁਰੀਆ ਦਾ ਮਤਲਬ ਨਗਰੀ। ਇੱਥੇ ਕਈ ਵਿਦਵਾਨਾਂ ਨੇ ਅਰਥ ਪੁਰੀ ਵੀ ਕੀਤਾ ਹੈ, ਲੇਕਿਨ ਇਹਦਾ ਮਤਲਬ ਪੁਰੀ ਨਹੀਂ, ਇੱਥੇ ਪੁਰੀ ਹੈ। ਪੁਰੀ ਦਾ ਮਤਲਬ ਨਗਰੀ। ਦੇਹ ਦਾ ਮਤਲਬ ਸਰੀਰ। ਕਬੀਰ ਜੀ ਕਹਿੰਦੇ ਨੇ ਜਿਵੇਂ ਮਿੱਟੀ ਇਕੱਠੀ ਕਰਕੇ ਇੱਕ ਨਗਰੀ ਵਸਾਈ ਜਾਂਦੀ ਹੈ, ਤਿਵੇਂ ਪੰਜ ਤੱਤ ਇਕੱਠੇ ਕਰਕੇ ਇਹ ਸਰੀਰ ਰਚਿਆ ਹੈ। ਇਹ ਸਰੀਰ ਰਚਿਆ ਪੰਜਾਂ ਤੱਤਾਂ ਤੋਂ। ਮਾਨੋ ਇਹ ਇੱਕ ਮਿੱਟੀ ਦੀ ਨਗਰੀ ਹੈ, ਯਾਨੀ ਇਹਦੀ ਪਾਇਆ ਬਹੁਤ ਲੰਬੀ ਨਹੀਂ ਹੈ, ਨਾਸ਼ਵਾਨ ਹੈ। ਦਿਵਸ ਚਾਰ ਕੋ ਵੇਖਣਾ, ਵੇਖਣ ਨੂੰ 4 ਦਿਨ ਇਹ ਸਰੀਰ ਬੜਾ ਸੋਹਣਾ ਲੱਗਦਾ ਹੈ। ਅੰਤ ਖੇਹ ਕੀ ਖੇਹ ਦਾ ਮਤਲਬ ਆਖਿਰ ਇਹ ਮਿੱਟੀ ਤੋਂ ਬਣਿਆ ਸਰੀਰ ਮਿੱਟੀ ਵਿੱਚ ਹੀ ਸਮਾ ਜਾਂਦਾ ਹੈ। ਪਹਿਲਾਂ ਇਹ ਸਰੀਰ ਮਿੱਟੀ ਸੀ, ਮਿੱਟੀ ਤੋਂ ਖੁਰਾਕ ਬਣਿਆ, ਖੁਰਾਕ ਤੋਂ ਬਿੰਦ ਬਣਿਆ, ਮਾਸ ਦਾ ਲੋਥੜਾ ਬਣਿਆ, ਬੱਚਾ ਬਣ ਕੇ ਜਨਮਿਆ, ਵੱਡਾ ਹੋਇਆ, ਜਵਾਨ ਹੋਇਆ, ਬਜ਼ੁਰਗ ਹੋਇਆ, ਮਰ ਗਿਆ, ਜਲਾ ਦਿੱਤਾ। ਮਿੱਟੀ ਸੀ, ਮਿੱਟੀ ਵਿੱਚ ਮਿਲ ਗਿਆ, ਰੀਸਾਈਕਲਿੰਗ ਹੋ ਗਈ ਨਾ। ਤਾਂ 4 ਦਿਨ ਵੇਖਣ ਨੂੰ ਇਹ ਸੋਹਣਾ ਲੱਗਦਾ ਹੈ, ਅਖੀਰ ਇਹ ਸਰੀਰ ਨੇ ਖਤਮ ਹੋ ਜਾਣਾ ਹੁੰਦਾ। ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਅੰਦਰ ਇੱਥੇ ਨਿਰਾਸ਼ਾਵਾਦ ਪੈਦਾ ਕੀਤੀ ਜਾ ਰਹੀ ਹੈ ਕਿ ਅਸੀਂ ਮਰ ਜਾਣਾ ਹੈ ਜਾਂ ਕੁਝ। ਗੱਲ ਇਹ ਹੈਗੀ ਹੈ ਕਿ ਜਦ ਇਹ ਸਰੀਰ ਨੇ ਖਤਮ ਹੋ ਹੀ ਜਾਣਾ ਹੈ, ਤਾਂ ਫਿਰ ਸਾਨੂੰ ਈਗੋ ਹੰਕਾਰ ਦੇ ਵਿੱਚ ਨਹੀਂ ਭਟਕਣਾ ਚਾਹੀਦਾ। 10 ਦਿਸ਼ਾਵਾਂ ਦੇ ਵਿੱਚ ਸਾਡਾ ਮਨ ਦੌੜਦਾ ਨਾ ਰਹੇ, ਸਗੋਂ ਪ੍ਰਭੂ ਦੇ ਅਦਬ ਦੇ ਅੰਦਰ ਜ਼ਿੰਦਗੀ ਜੀਵੀਏ, ਰੱਬ ਵਰਗੇ ਹੋ ਕੇ ਜੀਵੀਏ, ਜਿਸ ਕਰਕੇ ਸਾਡਾ ਆਪਣਾ ਜੀਵਨ ਵੀ ਸੁਖੀ ਹੋਵੇ ਔਰ ਅਸੀਂ ਸੰਸਾਰ ਦੇ ਅੰਦਰ ਵੀ ਸੁਖ ਸ਼ਾਂਤੀ ਦੇ ਸਕੀਏ। ਇਸ ਜੀਵਨ ਨੇ ਇੱਕ ਦਿਨ ਖਤਮ ਹੋ ਜਾਣਾ ਹੈ, ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਇਹਦੇ ਤੋਂ ਕੰਮ ਲਈਏ। ਅਗਲਾ ਬਚਨ ਕਰਦੇ ਨੇ, ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ। ਹੁਣ ਇਸ ਸਰੀਰ ਦੀ ਜਿਹੜੀ ਹੈ ਨਾ ਮਹਾਨਤਾ ਦੱਸ ਰਹੇ ਨੇ ਕਿ ਸਰੀਰ ਦੀ ਮਹਾਨਤਾ ਕੀ ਹੈ। ਸੂਰਜ ਚਾਂਦ ਕੈ, ਸੂਰਜ ਔਰ ਚੰद्रमा ਦੇ ਪ੍ਰਕਾਸ਼ ਦੀ ਖਾਤਰ ਇਹ ਸਰੀਰ ਦੀ ਮਹਾਨਤਾ ਤਾਂ ਹੈ ਜੇ ਸਾਡੇ ਸਰੀਰ ਦੇ ਅੰਦਰ ਸੂਰਜ ਔਰ ਚੰद्रमा ਦਾ ਪ੍ਰਕਾਸ਼ ਹੋਵੇ। ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ ਬਸ। ਸੂਰਜ ਦਾ ਪ੍ਰਕਾਸ਼ ਦਾ ਮਤਲਬ ਇੱਥੇ ਹੈ ਗਿਆਨ, ਔਰ ਚੰद्रमा ਦੇ ਪ੍ਰਕਾਸ਼ ਤੋਂ ਸਾਨੂੰ ਮਿਲਦੀ ਹੈ ਸ਼ਾਂਤੀ, ਠੰਡਕ। ਸੂਰਜ ਦੇ ਵਿੱਚ ਤਪਸ਼ ਹੈ ਔਰ ਚੰद्रमा ਦੇ ਵਿੱਚ ਸ਼ੀਤਲਤਾ ਮੰਨੀ ਜਾਂਦੀ ਹੈ। ਤਾਂ ਇਹ ਸਰੀਰ ਤਾਂ ਸਫਲ ਹੈ ਜੇ ਇਹਦੇ ਵਿੱਚ ਸੂਰਜ ਔਰ ਚੰद्रमा ਪ੍ਰਗਟ ਹੋਣ, ਯਾਨੀ ਗਿਆਨ ਵੀ ਪ੍ਰਗਟ ਹੋਵੇ ਔਰ ਸ਼ੀਤਲਤਾ ਵੀ ਪ੍ਰਗਟ ਹੋਵੇ, ਤਾਂ ਇਹ ਸਾਰੀਆਂ ਦੇਹੀਆਂ ਸਫਲ ਨੇ। ਹੁਣ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ 5 ਤੱਤਾਂ ਤੋਂ ਸਰੀਰ ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿੱਚ ਸੂਰਜ ਅਤੇ ਚੰद्रमा ਦਾ ਉਦੈ ਹੋਵੇ, ਯਾਨੀ ਨਰਮ ਦਿਲੀ ਪੈਦਾ ਹੋਵੇ, ਸ਼ੀਤਲਤਾ ਪੈਦਾ ਹੋਵੇ, ਗਿਆਨ ਪੈਦਾ ਹੋਵੇ, ਔਰ ਗਿਆਨ ਰਾਹੀਂ ਅਸੀਂ ਜ਼ਿੰਦਗੀ ਜੀ ਕੇ ਆਪਣੇ ਜੀਵਨ ਦੇ ਅੰਦਰ ਸ਼ੀਤਲਤਾ ਪੈਦਾ ਕਰ ਸਕੀਏ। ਗਿਆਨ ਵੀ ਹੋਵੇ, ਸ਼ੀਤਲਤਾ ਵੀ ਹੋਵੇ, ਨਰਮ ਦਿਲੀ ਹੋਵੇ, ਪਿਆਰ ਮੁਹੱਬਤ ਹੋਵੇ। ਇਹਦੇ ਵਾਸਤੇ ਹੈ ਇਹ ਸਰੀਰ। ਇਹਦੇ ਅੰਦਰ ਐਵੇਂ ਵਿਕਾਰਾਂ ਦੀ ਅੱਗ ਪੈਦਾ ਨਾ ਕਰ ਰੱਖੀਏ।
ਪਰ ਇਹ ਜਿਹੜੇ ਸ਼ੁਭ ਗੁਣ ਨੇ ਇਹ ਪੈਦਾ ਕਿਵੇਂ ਹੋਣਗੇ? ਅਗਲੀ ਪੰਕਤੀ ਵਿੱਚ ਦੱਸਦੇ ਨੇ, ਗੁਰ ਗੋਬਿੰਦ ਕੇ ਬਿਨ ਮਿਲੇ। ਜੇ ਗੁਰੂ ਪ੍ਰਭੂ ਦੇ ਨਾਲ ਮਿਲਾਪ ਬੰਦਾ ਨਾ ਕਰੇ, ਰੱਬੀ ਰਜ਼ਾ ਵਿੱਚ ਨਾ ਤੁਰੇ, ਜੇ ਆਪਣੇ ਅੰਦਰ ਪ੍ਰਭੂ ਦਾ ਗੁਰੂ ਦਾ ਅਦਬ ਪੈਦਾ ਨਾ ਕਰੇ, ਤਾਂ ਫਿਰ ਕੀ ਹੋਏਗਾ? ਪਲਟ ਪਈ ਸਭ ਖੇ। ਪਲਟ ਦਾ ਮਤਲਬ ਮੁੜ ਕੇ, ਖੇ ਦਾ ਮਤਲਬ ਮਿੱਟੀ। ਮੁੜ ਕੇ ਇਹ ਸਰੀਰ ਮਿੱਟੀ ਹੀ ਹੋ ਜਾਂਦਾ ਹੈ, ਭਾਵ ਕਿ ਇਹ ਜੀਵਨ ਬਿਲਕੁਲ ਵਿਅਰਥ ਚਲਾ ਜਾਂਦਾ ਹੈ। ਤਾਂ ਸ਼ਲੋਕ ਦਾ ਸਾਰਾ ਜਿਹੜਾ ਭਾਵ ਅਰਥ ਹੈ ਉਹ ਇਹ ਹੈ ਕਿ ਇਹ ਸਰੀਰ ਦੀ ਸਫਲਤਾ ਤਾਂ ਹੈ ਜਿਹਦੇ ਅੰਦਰ ਗਿਆਨ ਦਾ ਦੀਵਾ ਜਗੇ, ਗਿਆਨ ਦਾ ਸੂਰਜ ਚੜੇ, ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋਵੇ, ਕਰਮ ਕਾਂਡ ਮੁੱਕਣ, ਪਾਪ ਵਿਕਾਰ ਖਤਮ ਹੋਣ, ਤੇ ਨਾਲ ਸ਼ੀਤਲਤਾ ਵੀ ਆਵੇ, ਨਰਮ ਦਿਲੀ ਆਵੇ, ਇਨਸਾਨੀਅਤ ਪੈਦਾ ਹੋਵੇ, ਤਾਂ ਇਹ ਜੀਵਨ ਸਫਲਾ ਹੈ। ਤੇ ਜੇ ਸਾਡੀ ਜ਼ਿੰਦਗੀ ਅੰਦਰ ਇਹ ਗੁਣ ਨਹੀਂ ਪੈਦਾ ਹੋਏ ਤਾਂ ਫਿਰ ਇਹ ਜੀਵਨ ਬੇਕਾਰ ਹੈ, ਇਹ ਜੀਵਨ ਐਵੇਂ ਵਿਅਰਥ ਚਲਾ ਜਾਂਦਾ ਹੈ। ਤੇ ਸਾਰਿਆਂ ਦੇ ਅੰਦਰ ਇਹ ਗੁਣ ਪੈਦਾ ਹੋ ਸਕਦੇ ਨੇ ਜੇ ਇਹ ਗੁਰੂ ਨੂੰ ਮਿਲੇ, ਗੋਬਿੰਦ ਨੂੰ ਮਿਲੇ, ਭਾਵ ਗੁਰੂ ਦੇ ਦੱਸੇ ਰਾਹਾਂ ਤੇ ਤੁਰੇ। ਜਹ ਅਨਭਉ ਤਹ ਭੈ ਨਹੀਂ, ਜਹ ਭਉ ਤਹ ਹਰ ਨਾਹੇ, ਕਹਿਓ ਕਬੀਰ ਵਿਚਾਰ ਕੈ, ਸੰਤ ਸੁਨੋ ਮਨ ਮਾਹੇ। ਸੰਤ ਦਾ ਮਤਲਬ ਇੱਥੇ ਹੈ ਰੱਬ ਦੇ ਪਿਆਰਿਓ, ਰੱਬ ਦੇ ਮਿਲਾਪ ਦੇ ਚਾਹਵਾਨ ਜਿਹੜੇ ਨੇ, ਕਿ ਸਾਰੇ ਆਪਣੇ ਮਨ ਦੇ ਅੰਦਰ ਧਿਆਨ ਦੇ ਨਾਲ ਸੁਣੋ। ਕਬੀਰ ਜੀ ਕਹਿੰਦੇ ਨੇ, ਮੈਂ ਇਹ ਗੱਲ ਵਿਚਾਰ ਕੇ ਕਹਿ ਰਿਹਾ, ਕਹਿਓ ਕਬੀਰ ਵਿਚਾਰ ਕੇ, ਮੈਂ ਇਹ ਗੱਲ ਵਿਚਾਰ ਕੇ ਕਹਿ ਰਿਹਾ, ਬਿਨਾਂ ਵਿਚਾਰਨ ਤੋਂ ਨਹੀਂ, ਆਪਣੇ ਤਜਰਬੇ ਚੋਂ ਕਹਿ ਰਿਹਾ, ਸੋਧ ਕੇ ਪਰਖ ਕੇ ਇਹ ਗੱਲ ਮੈਂ ਕਹਿ ਰਿਹਾ। ਰੱਬ ਦੇ ਪਿਆਰਿਓ ਸਰਵਣ ਕਰੋ। ਕਿਹੜੀ ਗੱਲ ਕਹਿ ਰਹੇ ਨੇ? ਜਹ ਅਨਭਉ ਤਹ ਭੈ ਨਹੀਂ। ਜਹ ਦਾ ਮਤਲਬ ਜਿੱਥੇ, ਜਿਸ ਹਿਰਦੇ ਵਿੱਚ। ਅਨਭਉ ਦਾ ਮਤਲਬ ਅੰਦਰਲੀ ਸੂਝ, ਗਿਆਨ, ਜ਼ਿੰਦਗੀ ਦੇ ਸਹੀ ਰਾਸਤੇ ਦੀ ਸਮਝ, ਕਿ ਜੀਵਨ ਦੀ ਅਸਲੀਅਤ ਕੀ ਹੈ, ਜੀਵਨ ਦਾ ਸਹੀ ਢੰਗ ਕੀ ਹੈ, ਜੀਵਨ ਦਾ ਸਹੀ ਮਰਿਆਦਾ ਕੀ ਹੈ, ਜੀਵਨ ਦੇ ਅੰਦਰ ਸਾਨੂੰ ਕਿਹੜੇ ਗੁਣਾਂ ਦੀ ਧਾਰਨਾ ਕਰਨੇ ਚਾਹੀਦੇ ਨੇ, ਯਾਨੀ ਵੇ ਆਫ ਲਾਈਫ। ਜਹ ਅਨਭਉ, ਜਿਸ ਹਿਰਦੇ ਵਿੱਚ ਸਹੀ ਰਾਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਤਹ ਭੈ ਨਹੀਂ, ਉਸ ਜ਼ਿੰਦਗੀ ਦੇ ਅੰਦਰ ਫਿਰ ਦੁਨਿਆਵੀ ਡਰ ਨਹੀਂ ਰਹਿੰਦੇ। ਕਿਹੜੇ? ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ। ਜਿੱਥੇ ਮੱਲਾਂ ਮਾਰਨੀਆਂ ਨੇ, ਜਿੱਥੇ ਕਠੋਰਤਾ ਹੈ, ਸੰਸੇ ਨੇ, ਚਿੰਤਾਵਾਂ ਨੇ, ਪਾਪ ਔਰ ਅਪਰਾਧ ਨੇ, ਉਹ ਡਰ ਨਹੀਂ ਰਹਿੰਦੇ। ਫਿਰ ਜਿੱਥੇ ਬੰਦੇ ਦੀ ਜ਼ਿੰਦਗੀ ਅੰਦਰ ਜੀਵਨ ਦੀ ਸਹੀ ਸਮਝ ਪੈਦਾ ਹੋ ਜਾਏ ਨਾ, ਜੀਵਨ ਦੀ ਅਸਲੀਅਤ ਦਾ ਗਿਆਨ ਹੋ ਜਾਏ, ਜੀਵਨ ਦਾ ਸਹੀ ਢੰਗ ਆ ਜਾਏ, ਫਿਰ ਉੱਥੇ ਇਹ ਭੈ ਨਹੀਂ ਰਹਿੰਦੇ ਵਿਕਾਰਾਂ ਦੇ, ਪਾਪਾਂ ਦੇ, ਅਪਰਾਧਾਂ ਦੇ। ਉਹਨਾਂ ਤੋਂ ਬੰਦਾ ਉਤਾਂ ਉੱਠ ਜਾਂਦਾ। ਜਹ ਭਉ, ਹੁਣ ਅੱਧੀ ਪੰਕਤੀ ਵਿੱਚ ਕਹਿ ਰਹੇ ਨੇ ਜਹ ਭਉ, ਪਰ ਜਿਸ ਹਿਰਦੇ ਵਿੱਚ ਅਜੇ ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿਜ, ਸਹਿਮ, ਬੇਰਹਿਮੀ, ਕੋਈ ਡਰ ਮੌਜੂਦ ਹੈ, ਤਹ ਹਰ ਨਾਹੇ, ਉੱਥੇ ਰੱਬ ਨਹੀਂ ਹੈ। ਜਿੱਥੇ ਦੁਨਿਆਵੀ ਡਰ ਨੇ, ਯਾਨੀ ਜਿੱਥੇ ਦਾਅਵੇ ਦਾਜਨ ਹੈ, ਜਾਤੀਵਾਦ ਹੈ, ਮੇਰ ਤੀਰ ਨੇ, ਜਿੱਥੇ ਦੁਨੀਆਦਾਰੀ ਦੇ ਡਰ ਨੇ, ਲੋਕਾਚਾਰੀ ਦੇ ਡਰ ਨੇ, ਵੀ ਲੋਕ ਕੀ ਕਹਿਣਗੇ, ਉੱਥੇ ਰੱਬ ਨਹੀਂ ਹੈ, ਉੱਥੇ ਰੱਬੀ ਗੁਣ ਨਹੀਂ ਹਨ। ਕਿਉਂਕਿ ਉੱਥੇ ਬੰਦਾ ਰੱਬ ਵਾਸਤੇ, ਰੱਬੀ ਰਜ਼ਾ ਵਿੱਚ ਕੋਈ ਕਰਮ ਨਹੀਂ ਕਰਦਾ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰਮ ਕਰਦਾ ਹੈ ਕਿ ਲੋਕ ਖੁਸ਼ ਹੋਣੇ ਚਾਹੀਦੇ ਨੇ। ਮੇਰੀ ਮਾਸੀ ਭੂਆ ਨਾਰਾਜ਼ ਨਾ ਹੋ ਜਾਏ, ਨਾਨਕੇ ਦਾਦਕੇ ਨਾਰਾਜ਼ ਨਾ ਹੋ ਜਾਣ, ਰੱਬ ਨਾਰਾਜ਼ ਹੁੰਦਾ ਹੋ ਜਾਏ, ਗੁਆਂਢੀ ਕੀ ਕਹਿਣਗੇ, ਚਾਰ ਬੰਦੇ ਕੀ ਕਹਿਣਗੇ। ਜਿੱਥੇ ਇਹੋ ਜਿਹੇ ਡਰ ਨੇ, ਉੱਥੇ ਰੱਬੀ ਗੁਣ ਪੈਦਾ ਨਹੀਂ ਹੁੰਦੇ, ਉੱਥੇ ਰੱਬ ਨਹੀਂ ਹੈ। ਤੇ ਜਿੱਥੇ ਰੱਬੀ ਗੁਣ ਪੈਦਾ ਹੋ ਜਾਂਦੇ ਨੇ, ਜਿੱਥੇ ਜ਼ਿੰਦਗੀ ਦੀ ਸਹੀ ਸੂਝ ਪੈਦਾ ਹੋ ਜਾਂਦੀ ਹੈ, ਉੱਥੇ ਇਹੋ ਜਿਹੇ ਡਰ ਨਹੀਂ ਰਹਿੰਦੇ। ਉੱਥੇ ਬੰਦਾ ਇਹਨਾਂ ਡਰਾਂ ਤੋਂ ਬੇਪਰਵਾਹ ਹੋ ਜਾਂਦਾ ਔਰ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਂਦਾ ਹੈ। ਇੱਥੋਂ ਸਾਨੂੰ ਜੀਣ ਵਾਸਤੇ ਜੋ ਚੀਜ਼ ਮਿਲ ਰਹੀ ਹੈ ਉਹ ਇਹ ਹੈ ਕਿ ਅਸੀਂ ਰੱਬੀ ਅਦਬ ਆਪਣੀ ਜ਼ਿੰਦਗੀ ਵਿੱਚ ਪੈਦਾ ਕਰਨਾ ਹੈ,
ਰੱਬੀ ਗੁਣ ਪੈਦਾ ਕਰਨੇ ਨੇ। ਜਿਹੜਾ ਬੰਦਾ ਜੀਵਨ ਦਾ ਸਹੀ ਸੂਝ ਪ੍ਰਾਪਤ ਕਰ ਲਵੇਗਾ ਗੁਰੂ ਪਾਸੋਂ, ਉਹਦੀ ਜ਼ਿੰਦਗੀ ਵਿੱਚ ਪਾਪਾਂ ਵਿਕਾਰਾਂ ਦੇ ਡਰ ਨਹੀਂ ਰਹਿਣਗੇ, ਉਹਦਾ ਮਨ ਭਟਕੇਗਾ ਨਹੀਂ, ਉਹ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਏਗਾ। ਪਰ ਜਿਹੜਾ ਬੰਦਾ ਲੋਕਾਚਾਰੀ ਵਾਸਤੇ ਲੋਕ ਵਿਖਾਵੇ ਦੇ ਡਰਾਂ ਵਿੱਚ ਕਰਮ ਕਰਦਾ ਰਹੇਗਾ, ਉਹ ਰੱਬੀ ਮਿਲਾਪ ਤੋਂ, ਰੱਬੀ ਗੁਣਾ ਤੋਂ ਵਾਂਝਾ ਰਹਿ ਜਾਏਗਾ। ਕਬੀਰ ਜਿਨਹੂ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ, ਹਮਹੁ ਜੋ ਬੂਝਾ ਬੂਝਣਾ, ਪੂਰੀ ਪਰੀ ਬਲਾਏ। ਜਿਨਹੂ ਕਿਛੂ ਜਾਣਿਓ ਨਹੀਂ, ਜਾਣਿਆ ਨਹੀਂ। ਜਿਨਹੂ ਦਾ ਮਤਲਬ ਜਿਨ੍ਹਾਂ ਨੇ, ਜਿਨ੍ਹਾਂ ਲੋਕਾਂ ਨੇ। ਜਾਣਿਆ ਨਹੀਂ ਦਾ ਮਤਲਬ ਜੀਵਨ ਦੇ ਸਹੀ ਭੇਤ ਨੂੰ ਨਹੀਂ ਸਮਝਿਆ, ਜੀਵਨ ਦੀ ਅਸਲੀਅਤ ਨੂੰ ਨਹੀਂ ਜਾਣਿਆ, ਸੱਚਾਈ ਨੂੰ ਨਹੀਂ ਜਾਣਿਆ, ਜਿਨ੍ਹਾਂ ਨੂੰ ਸੱਚ ਦੀ ਸਮਝ ਨਹੀਂ ਆਈ। ਤਿੰਨ ਸੁਖ ਨੀਂਦ ਬਿਹਾਏ। ਇੱਥੇ ਸੁਖ ਨੀਂਦ ਬਿਹਾਏ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਖ ਰਹਿੰਦੇ ਨੇ। ਇੱਥੇ ਤਿੰਨ ਸੁਖ ਨੀਂਦ ਬਿਹਾਏ ਦਾ ਮਤਲਬ ਬੇਪਰਵਾਹੀ ਚ ਸੌਂਦੇ ਨੇ, ਉਹਨਾਂ ਨੂੰ ਕੋਈ ਲੱਥੀ ਚੜੀ ਹੁੰਦੀ ਨਹੀਂ ਹੈ। ਪਾਪ ਕਰਮ ਕਰੀ ਜਾਣਗੇ, ਸੁੱਤੇ ਨੇ, ਗਫਲਤ ਦੀ ਨੀਂਦ ਵਿੱਚ ਸੌਂ ਜਾ ਰਹੇ ਨੇ, ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਿਆ, ਸਚਾਈ ਨੂੰ ਨਹੀਂ ਸਮਝਿਆ। ਉਹ ਬੜੀ ਬੇਪਰਵਾਹੀ ਦੇ ਨਾਲ ਵਿਕਾਰ ਕਮਾਈ ਜਾ ਰਹੇ ਨੇ, ਠੱਗੀਆਂ ਵੀ ਮਾਰੀ ਜਾ ਰਹੇ ਨੇ, ਬੇਗਾਨੇ ਹੱਕ ਵੀ ਖਾ ਰਹੇ ਨੇ, ਰਿਸ਼ਵਤ ਵੀ ਲੈ ਰਹੇ ਨੇ, 2 ਨੰਬਰ ਦੇ ਧੰਦੇ ਵੀ ਕਰਦੇ ਨੇ। ਜੇ ਕਿਤੇ ਧਰਮ ਸਥਾਨ ਤੇ ਜਾਣ ਤੇ ਜਾਰਾ ਲੱਗੇ ਤੇ ਜੁੱਤੀਆਂ ਵੀ ਚੁੱਕ ਲਿਆਉਂਦੇ ਨੇ। ਮੇਰ ਤੇਰ ਦੇ ਵਿਤਕਰੇ ਵੀ ਨੇ, ਜਾਤੀਵਾਦ ਵੀ ਹੈ, ਕਰਮ ਕਾਂਡ ਵੀ ਹੈ। ਉਹ ਇਹੋ ਜਿਹੇ ਕਰਮ ਕਰੀ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਜਾਣਿਆ ਹੀ ਨਹੀਂ, ਅਸਲੀਅਤ ਨੂੰ ਨਹੀਂ ਸਮਝਿਆ ਕਿ ਐਸੀ ਜ਼ਿੰਦਗੀ ਜੀਣ ਦਾ ਰਿਜ਼ਲਟ ਕੀ ਨਿਕਲੇਗਾ, ਆਉਣ ਵਾਲੀਆਂ ਪੀੜ੍ਹੀਆਂ ਦਾ ਹਾਲ ਕੀ ਹੋਏਗਾ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਹਾਲ ਹੋਏਗਾ, ਮੇਰੇ ਆਤਮਿਕ ਜੀਵਨ ਦਾ ਕੀ ਬਣੇਗਾ, ਮੇਰੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਏਗੀ। ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ, ਉਹ ਬੇਪਰਵਾਹੀ ਦੇ ਨਾਲ ਇਹ ਵਿਕਾਰ ਕਮਾਈ ਜਾ ਰਹੇ ਨੇ। ਉਹ ਇਹਨਾਂ ਵਿਕਾਰਾਂ ਦੇ ਵਿੱਚ ਹੀ ਸੁਖ ਮਾਣਨ ਦਾ ਯਤਨ ਕਰਦੇ ਨੇ। ਹਮੋ ਜੋ ਬੂਝਾ ਬੂਝਣਾ। ਹਮੋ ਦਾ ਮਤਲਬ ਅਸਾਂ, ਮੈਂ। ਬੂਝਾ ਦਾ ਮਤਲਬ ਸਮਝ ਲਿਆ। ਬੂਝਣਾ ਦਾ ਮਤਲਬ ਸਮਝਣ ਯੋਗ ਗੱਲ। ਕਿਹੜੀ ਸਮਝਣ ਯੋਗ? ਕਿ ਜਹ ਅਨਭਉ ਤਹ ਭੈ ਨਹੀਂ, ਜਹ ਭਉ ਤਹ ਹਰ ਨਾਹਿ। ਜੀਵਨ ਦੀ ਅਸਲੀਅਤ ਕਿ ਜਿੱਥੇ ਪ੍ਰਭੂ ਦਾ ਅਦਬ ਹੈ ਉੱਥੇ ਦੁਨਿਆਵੀ ਦੁੱਖਾਂ ਦੇ ਡਰ ਨਹੀਂ ਰਹਿੰਦੇ, ਬੰਦਾ ਇਹਨਾਂ ਤੋਂ ਉੱਦਾਂ ਉੱਠ ਜਾਂਦਾ ਹੈ। ਤੇ ਜਿੱਥੇ ਲੋਕਾਚਾਰੀ ਔਰ ਅਗਿਆਨਤਾ ਹੈ ਉੱਥੇ ਰੱਬ ਪ੍ਰਗਟ ਨਹੀਂ ਹੁੰਦਾ। ਕਬੀਰ ਜੀ ਕਹਿੰਦੇ ਨੇ ਜੋ ਅਸਾਂ ਇਹ ਗੱਲ ਸਮਝ ਲਈਏ ਨਾ, ਪੂਰੀ ਪਰੀ ਬਲਾਏ। ਮੈਨੂੰ ਤੇ ਪੂਰੀ ਬਲਾ ਪਈ ਹੋਈ ਹੈ। ਹੁਣ ਇੱਥੇ ਬਲਾ ਪੈਣ ਦਾ ਮਤਲਬ ਹੈ ਕਿ ਮੇਰੇ ਉੱਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ, ਮੈਂ ਤਾਂ ਬੜੀ ਵੱਡੀ ਜ਼ਿੰਮੇਵਾਰੀ ਸਮਝਣਾ। ਜਿਨ੍ਹਾਂ ਨੇ ਨਹੀਂ ਜਾਣਿਆ ਉਹ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ, ਉਹਨਾਂ ਨੂੰ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਉਠਾ ਰਹੇ ਕਿ ਸਮਾਜ ਦਾ ਕੀ ਬਣੇਗਾ। ਉਹ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਵੀ ਭੱਜੇ ਹੋਏ ਨੇ। ਉਹਨਾਂ ਨੇ ਇਸ ਗੱਲ ਨੂੰ ਸਮਝਿਆ ਹੀ ਨਹੀਂ, ਗ੍ਰਸਤ ਦੀ ਮਹਾਨਤਾ ਨੂੰ ਛੱਡਿਆ ਔਰ ਗ੍ਰਸਤ ਨੂੰ ਛੱਡ ਕੇ ਚਲੇ ਗਏ, ਬਾਬੇ ਬਣ ਗਏ। ਕੁਝ ਲੋਕ ਦੁਨੀਆ ਵਿੱਚ ਪਾਪ ਕਮਾਉਣ ਲੱਗ ਗਏ। ਪਰ ਜਿਨ੍ਹਾਂ ਨੇ ਸੱਚ ਨੂੰ ਸਮਝਿਆ ਉਹਨਾਂ ਦੇ ਉੱਤੇ ਓਡੀ ਹੀ ਵੱਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ। ਉਹ ਤੇ ਹਰ ਪਲ ਸੁਚੇਤ ਰਹਿੰਦੇ ਨੇ। ਜਿਵੇਂ ਹੁਣ ਅਸੀਂ ਗੱਲ ਕਰੀਏ ਸਿੱਖੀ ਦੀ, ਤਾਂ ਦੇਖੋ ਸਿੱਖ ਸਰੂਪ, ਹੁਣ ਮੈਂ ਹਾਂ ਤਾਂ ਮੇਰਾ ਸਿੱਖ ਸਰੂਪ ਹੈ, ਮੈਂ 5 ਕਕਾਰ ਪਾਏ ਨੇ, ਬਾਹਰੀ ਰੂਪ ਮੇਰਾ ਸਿੱਖ ਵਾਲਾ ਹੈ। ਤੇ ਜੇ ਮੈਂ ਇਹ ਚੀਜ਼ ਨੂੰ ਸਮਝਾਂ, ਸਿੱਖੀ ਦੀ ਅਸਲੀਅਤ ਨੂੰ ਸਮਝਾਂ, ਤਾਂ ਫਿਰ ਮੈਂ ਇਸ ਸਰੂਪ ਨੂੰ ਲੈ ਕੇ ਕੋਈ ਮਾੜਾ ਕਰਮ ਨਹੀਂ ਕਰਾਂਗਾ, ਕਿਉਂਕਿ ਮੈਨੂੰ ਇਸ ਚੀਜ਼ ਦੀ ਸਮਝ ਹੋਏਗੀ ਕਿ ਮੋਹਰ ਸਿੰਘ ਨੂੰ ਕੋਈ ਨਹੀਂ ਜਾਣਦਾ ਇੱਥੇ। ਜੇ ਮੈਂ ਕੋਈ ਮਾੜਾ ਕਰਮ ਕਰਾਂਗਾ ਤੇ ਲੋਕਾਂ ਨੇ ਕਹਿਣਾ ਕਿ ਉਹ ਸਿੱਖ ਬੰਦਾ ਮਾੜਾ ਕਰਮ ਕਰ ਰਿਹਾ, ਕਿਉਂਕਿ ਮੋਹਰ ਸਿੰਘ ਨੂੰ ਕੌਣ ਜਾਣਦਾ? ਮੇਰੇ ਨਾਂ ਨੂੰ ਤੇ ਕੋਈ ਥੋੜੇ ਬਹੁਤੇ ਲੋਕ ਜਾਣਦੇ ਨੇ ਨਾ, ਮੇਰੇ ਸੱਜਣ ਮਿੱਤਰ। ਜਦੋਂ ਮੈਂ ਮਾਰਕੀਟ ਵਿੱਚ ਕਿਤੇ ਵੀ ਕੋਈ ਮਾੜੀ ਹਰਕਤ ਕਰਾਂਗਾ ਤਾਂ ਉਹਦਾ ਧੱਬਾ ਮੇਰੀ ਕੌਮ ਤੇ ਲੱਗੇਗਾ। ਇਹ ਜ਼ਿੰਮੇਵਾਰੀ ਬੰਦਾ ਫਿਰ ਚੁੱਕਦਾ ਹੈ, ਉਹਦੇ ਤੇ ਏਡੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ। ਉਹ ਕੇਵਲ ਇਕੱਲਾ ਨਹੀਂ ਰਹਿੰਦਾ, ਉਹਦੇ ਤੇ ਸਾਰੀ ਵੱਡੀ ਜ਼ਿੰਮੇਵਾਰੀ ਉਹ ਸਮਝੇਗਾ ਕਿ ਮੈਂ ਇੱਕ ਪੰਥ ਦਾ ਹਿੱਸਾ ਹਾਂ,
ਜੇ ਮੈਂ ਝੂਠ ਬੋਲਾਂਗਾ, ਮੈਂ ਲੜਾਂਗਾ, ਮੈਂ ਕਰਪਸ਼ਨ ਕਰਾਂਗਾ, ਹੇਰਾਫੇਰੀਆਂ ਕਰਾਂਗਾ, ਸ਼ਰਾਬ ਪੀ ਕੇ ਗਲੀ 'ਚ ਪਿਆ ਹੋਵਾਂਗਾ, ਤਾਂ ਲੋਕ ਕਹਿਣਗੇ ਕਿ ਸਿੱਖ ਇਹੋ ਜਿਹੇ ਹੁੰਦੇ ਨੇ, ਜਾਂ ਫਲਾਂ ਥਾਂ ਤੇ ਸਿੱਖ ਇਹ ਕਰਮ ਕਰ ਰਿਹਾ ਸੀ। ਜ਼ਿੰਮੇਵਾਰੀ ਵੱਧ ਗਈ ਨਾ। ਇਸ ਲਈ ਇਹਨੂੰ ਕਹਿੰਦੇ ਨੇ ਹਮੋਂ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਹੁਣ ਮੈਨੂੰ ਤੇ ਪੂਰੀ ਬਲਾ ਪਈ ਹੋਈ ਹੈ, ਕਿਉਂਕਿ ਲੋਕ ਕਹਿ ਰਹੇ ਨੇ ਕਬੀਰ ਰੱਬ ਦਾ ਭਗਤ ਹੈ, ਰੱਬ ਦਾ ਪਿਆਰਾ ਹੈ, ਤਾਂ ਜ਼ਿੰਮੇਵਾਰੀ ਵੀ ਓਡੀ ਵੱਡੀ ਬਣ ਗਈ ਨਾ। ਹੁਣ ਅਸੀਂ ਜੇ ਸਮਝੀਏ ਕਿ ਅਸੀਂ ਗੁਰੂ ਦੀਆਂ ਧੀਆਂ ਹਾਂ, ਗੁਰੂ ਦੇ ਪੁੱਤਰ ਹਾਂ, ਤਾਂ ਸਾਡੀ ਜ਼ਿੰਮੇਵਾਰੀ ਕਿੰਨੀ ਵੱਡੀ ਬਣ ਗਈ। ਸਾਡੀ ਜ਼ਿੰਮੇਵਾਰੀ ਕਿੰਨੀ ਵੱਡੀ ਬਣ ਗਈ। ਪਰ ਆਮ ਬੰਦਾ ਇਸ ਚੀਜ਼ ਨੂੰ ਬੁੱਝਦਾ ਨਹੀਂ, ਬੇਪਰਵਾਹੀ ਦੇ ਨਾਲ ਜ਼ਿੰਦਗੀ ਜੀਵੀ ਜਾਂਦਾ ਹੈ, ਪਾਪ ਕਰੀ ਜਾਂਦਾ ਹੈ, ਝੂਠ ਫਰੇ ਮਾਰੀ ਜਾਂਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਿਆ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪ੍ਰਭੂ ਦੀ ਪ੍ਰੀਤ ਪੈਦਾ ਨਹੀਂ ਹੋਈ, ਉਹ ਬੇਪਰਵਾਹੀ ਦੇ ਨਾਲ ਪਾਪ ਵਿਕਾਰ ਕਰੀ ਜਾ ਰਹੇ ਨੇ। ਉਹਨਾਂ ਪਾਪਾਂ ਵਿਕਾਰਾਂ ਵਿੱਚੋਂ ਹੀ ਉਹ ਸੁੱਖ ਮਾਣਨ ਦਾ ਯਤਨ ਕਰਦੇ ਨੇ। ਪਰ ਜੋ ਮੈਨੂੰ ਜ਼ਿੰਦਗੀ ਦੀ ਅਸਲੀਅਤ ਦੀ ਸਮਝ ਆਈ ਹੈ, ਮੈਨੂੰ ਤੇ ਪੂਰੀ ਬਲਾਂ ਪਈ ਹੋਈ ਹੈ, ਭਾਵ ਕਿ ਮੈਂ ਹੁਣ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਸਮਝਦਾ ਹਾਂ, ਔਰ ਮੈਂ ਜ਼ਿੰਮੇਵਾਰੀ ਦੇ ਨਾਲ ਪ੍ਰਭੂ ਦੇ ਗੁਣ ਗਾਉਂਦਾ ਹਾਂ ਔਰ ਰੱਬੀ ਰਜ਼ਾ ਦੇ ਵਿੱਚ ਤੁਰਨ ਦਾ ਯਤਨ ਕਰਦਾ। ਤਾਂ ਸਾਨੂੰ ਇਥੋਂ ਜ਼ਿੰਦਗੀ ਜੀਣ ਵਾਸਤੇ ਇਹ ਸਿੱਖਿਆ ਮਿਲ ਰਹੀ ਹੈ ਕਿ ਅਸੀਂ ਵੀ ਸਿੱਖ ਹੋਣ ਦੇ ਨਾਤੇ ਆਪਣੀ ਏਡੀ ਵੱਡੀ ਜ਼ਿੰਮੇਵਾਰੀ ਸਮਝਣੀ ਹੈ ਕਿ ਸਾਡੇ ਕਰਕੇ ਇਨਸਾਨੀਅਤ ਤੇ ਧੱਬਾ ਨਾ ਲੱਗੇ। ਜੇ ਹਰ ਬੰਦਾ ਇਹ ਚੀਜ਼ ਸਮਝਦਾ ਤਾਂ ਅੱਜ ਇਸ ਦੁਨੀਆ ਦਾ ਹਾਲਾਤ ਕੁਝ ਹੋਰ ਹੋਣੇ ਸਨ। ਤਾਂ ਸਾਨੂੰ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ। ਹਰ ਇਨਸਾਨ ਨੂੰ ਕਿ ਮੈਂ ਬੰਦਾ ਹਾਂ, ਤਾਂ ਮੈਨੂੰ ਬੰਦਿਆਂ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲਾਗੀ ਚੋਟ ਮਰਮ ਕੀ, ਰਹਿਓ ਕਬੀਰਾ ਠੌਰ। ਕਬੀਰ ਤੇ ਥੋੜਾ ਜਿਹਾ ਰੁਕਣਾ ਹੈ। ਮਾਰੇ ਬਹੁਤ ਪੁਕਾਰਿਆ, ਮਾਰੇ ਦਾ ਮਤਲਬ ਜਿਸ ਨੂੰ ਦਾਜਨ ਸੰਸਾ ਦਾਵੇ ਦਾਜਨ ਹੋਤ ਹੈ, ਜਾਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹਨਾਂ ਵਿਕਾਰਾਂ ਦੀ ਮਾਰ ਪੈਂਦੀ ਹੈ, ਵਿਕਾਰਾਂ ਕਰਕੇ ਮਾਰ ਪੈਂਦੀ ਹੈ। ਬਹੁਤ ਪੁਕਾਰਿਆ ਤਾਂ ਉਹ ਬੜਾ ਪੁਕਾਰਾਂ ਕਰਦਾ ਹੈ ਦੁੱਖਾਂ ਦੇ ਨਾਲ। ਇੱਕ ਤੇ ਮਾਰ ਪਈ ਉਦੋਂ ਪੁਕਾਰ ਹੋਈ, ਦੂਜਾ ਪੀਰ ਪੁਕਾਰੇ ਔਰ ਫਿਰ ਉਸ ਮਾਰ ਤੋਂ ਫਿਰ ਹੋਰ ਪੀੜ ਉੱਠਦੀ ਹੈ, ਫਿਰ ਪੁਕਾਰਾਂ ਕਰਦਾ। ਇੱਕ ਵਾਰੀ ਕਿਸੇ ਨੇ ਮਾਰਿਆ, ਮੰਨ ਲਓ ਕਿਸੇ ਨੂੰ ਪੁਲਿਸ ਨੇ ਫੜ ਲਿਆ, ਤੇ ਇੱਕ ਵਾਰੀ ਤੇ ਜਦੋਂ ਉਹਨੂੰ ਛਿੱਤਰ ਪੈ ਰਹੇ ਨੇ ਉਦੋਂ ਹਾਲ ਪੁਕਾਰ ਕਰਦਾ, ਤੇ ਦੁਬਾਰਾ ਜਦੋਂ ਉਹ ਪੀੜ ਹੁੰਦੀ ਹੈ ਤੇ ਫਿਰ ਪੁਕਾਰ ਕਰਦਾ। ਇਹ ਇੱਕ ਸਮਝਣ ਵਾਸਤੇ ਆਪਾਂ ਗੱਲ ਕਰ ਰਹੇ ਹਾਂ। ਇਸੇ ਤਰ੍ਹਾਂ ਇਨਸਾਨ ਜਦੋਂ ਪਾਪ ਵਿਕਾਰ ਕਮਾਉਂਦਾ ਹੈ, ਉਹਨਾਂ ਵਿਕਾਰਾਂ ਦੀ ਉਹਨੂੰ ਮਾਰ ਪੈਂਦੀ ਹੈ, ਉਹ ਪੁਕਾਰ ਕਰਦਾ ਹੈ। ਤੇ ਜਿਵੇਂ ਜਿਵੇਂ ਪੀੜ ਉੱਠਦੀ ਹੈ, ਦੁੱਖ ਹੁੰਦੇ ਨੇ, ਫਿਰ ਉਹ ਪੁਕਾਰ ਕਰਦਾ, ਫਿਰ ਉਹਨੂੰ ਦੁੱਖ ਹੁੰਦਾ ਹੈ। ਹੁਣ ਅਸੀਂ ਵੇਖਦੇ ਨਾ, ਹਾ ਹਾ ਕਰਤ ਬਿਹਾਨੀ ਅਵਦਹਿ ਤਾਮਹਿ ਸੰਤੋਖ ਨਾ ਪਾਇਆ। ਕਿੰਨੇ ਸਾਰੇ ਲੋਕ ਐਸੇ ਨੇ, ਬਹੁ ਗਿਣਤੀ, ਜਿਨ੍ਹਾਂ ਦੇ ਕੋਲ ਧੀਆਂ ਪੁੱਤਰ, ਜ਼ਮੀਨ ਜਾਇਦਾਦ, ਧਨ ਦੌਲਤ, ਹਰ ਚੀਜ਼ ਮੌਜੂਦ ਹੈ, ਪਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਨਾ ਹੋਣ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਅਸ਼ਾਂਤੀ ਹੈ। ਕਿਤਨੇ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੇ ਕੋਲ ਪ੍ਰਾਪਰਟੀ ਆਦਿਕ ਜ਼ਿਆਦਾ ਨਹੀਂ ਹੈ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਨੇ, ਪਰ ਉਹ ਸ਼ਾਂਤੀ ਵਾਲੀ ਜ਼ਿੰਦਗੀ ਜੀ ਰਹੇ ਨੇ। ਤਾਂ ਜਿਸ ਮਨੁੱਖ ਨੂੰ ਦਾਵੇ ਦਾਜਨ ਔਰ ਸੰਸਿਆਂ ਦੀ ਮਾਰ ਪੈਂਦੀ ਹੈ, ਹਾਹਾਕਾਰ ਕਰਦਾ ਹੈ, ਜਿਉਂ-ਜਿਉਂ ਉਹ ਪੀੜ ਉੱਠਦੀ ਹੈ, ਤਿਵੇਂ ਤਿਵੇਂ ਹੋਰ ਦੁਖੀ ਹੁੰਦਾ ਹੈ। ਪਰ ਖਾਸ ਗੱਲ ਇਹ ਹੈ ਕਿ ਉਹਨਾਂ ਵਿਕਾਰਾਂ ਦਾ ਸਾਥ ਨਹੀਂ ਛੱਡਦਾ, ਉਹਨਾਂ ਵਿਕਾਰਾਂ ਨੂੰ ਛੱਡਦਾ ਨਹੀਂ, ਜਿੰਨਾ ਕਰਕੇ ਦੁਖੀ ਜ਼ਿੰਦਗੀ ਉਸੇ ਤਰ੍ਹਾਂ ਦੀ ਜੀਵੀ ਜਾਂਦਾ ਹੈ। ਜ਼ਿੰਦਗੀ ਉਸੇ ਤਰ੍ਹਾਂ ਜੀਵੀ ਜਾਂਦਾ ਹੈ। ਜਿਵੇਂ ਆਪਾਂ ਪਿੱਛੇ ਇੱਕ ਗੱਲ ਕਰ ਰਹੇ ਸਨ ਕਿ ਕੋਈ ਬੰਦਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਉਹਦੇ ਲੀਵਰ ਵਗੈਰਾ ਖਰਾਬ ਹੋ ਗਿਆ ਤੇ ਅਖੀਰ ਮੌਤ ਦੇ ਮੂੰਹ ਵਿੱਚ ਪਹੁੰਚਿਆ, ਤੇ ਉਹਨੂੰ ਡਾਕਟਰ ਨੇ ਕਿਹਾ ਕਿ ਤੇਰੀ ਹੁਣ ਜ਼ਿੰਦਗੀ ਖਤਮ ਹੈ ਤੇ ਤੇਰੀ ਕੋਈ ਅੰਤਮ ਇੱਛਾ ਹੈ? ਕਹਿਣ ਲੱਗਾ ਅੰਤਮ ਇੱਛਾ ਇਹ ਹੀ ਹੈ ਵੀ ਰੱਬ ਅੱਗੇ ਅਰਦਾਸ ਕਰਿਆ ਜੇ ਵੀ ਰੱਬਾ ਅਗਲੀ ਜ਼ਿੰਦਗੀ ਦੇ ਵਿੱਚ ਦੰਦ ਬੇਸ਼ੱਕ ਘੱਟ ਦੇ ਨਹੀਂ ਤੇ ਲੀਵਰ ਬੱਤੀ ਦੇਵੀਂ।
यानी शराब मैं अगले जीवन में नहीं छड़ना, लीवर बत्ती दवी भी लीवर ना खराब होने किन्ने खराब हो जाएंगे। यानी कहने का मतलब कि बंदा दुखी होने के बावजूद भी विकारां नूं नहीं छड्डदा। ईर्खा, द्वेष, वैर, विरोध, ईगो, असी दुखी हाँ पर बंदा छड्डदा नहीं। लागी चोट मरम की, लागी चोट मरम की। मरम का मतलब प्यार, चोट का मतलब शब्द की चोट, मरम का मतलब दिल नूं विन्नण वाली, रहो का मतलब रह गया, ठौर का मतलब थां ते ही। जिवें किसी नूं हार्ट अटैक हो जाए तो नाल दे नाल मर जांदे ना थां ते ही, ਇਹੋ ਜਿਹੀ ਕੋਈ ਚੋਟ ਲੱਗੀ, ਕਬੀਰ ਜੀ ਕਹਿੰਦੇ ਨੇ ਮੈਂ ਤੇ ਥਾਂ ਤੇ ਹੀ ਰਹਿ ਗਿਆ, ਪੁਕਾਰਨ ਜੋਗਾ ਰਿਹਾ ਹੀ ਨਹੀਂ। ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਐਸੀ ਚੋਟ ਵੱਜੀ ਹੈ ਜਿਨਨੇ ਮੇਰਾ ਦਿਲ ਵਿੰਨ ਲਿਆ, ਤੇ ਹੁਣ ਮੈਂ ਥਾਂ ਸਿਰ ਰਹੋ ਕਬੀਰਾ ਠੌਰ, ਠੌਰ ਦਾ ਮਤਲਬ ਥਾਂ ਸਿਰ, ਪ੍ਰਭੂ ਦੇ ਚਰਨਾਂ ਦੇ ਅੰਦਰ ਹੀ ਮੈਂ ਪੱਕੇ ਤੌਰ ਤੇ ਟਿਕ ਗਿਆ ਹਾਂ। ਹੁਣ ਜਿਹੜਾ ਮੇਰਾ ਮਨ ਹੈ ਇਧਰ ਉਧਰ ਭਟਕਦਾ ਨਹੀਂ ਹੈ, ਮੇਰਾ ਮਨ ਇਧਰ ਉਧਰ ਬਿਲਕੁਲ ਵੀ ਭਟਕਦਾ ਨਹੀਂ। ਤਾਂ ਇੱਥੋਂ ਸਾਨੂੰ ਇਸ ਸ਼ਲੋਕ ਦੇ ਅੰਦਰੋਂ ਜੋ ਸਿੱਖਿਆ ਮਿਲ ਰਹੀ ਹੈ ਉਹ ਇਹ ਸਿੱਖਿਆ ਮਿਲ ਰਹੀ ਹੈ ਕਿ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਅਸ਼ਾਂਤੀ ਪਾਪਾਂ ਔਰ ਵਿਕਾਰਾਂ ਕਰਕੇ ਨੇ। ਜਿਹੜਾ ਵੀ ਇਨਸਾਨ ਜ਼ਿੰਦਗੀ ਵਿੱਚ ਪਾਪ, ਵਿਕਾਰ, ਅਪਰਾਧ ਕਮਾਏਗਾ ਉਹਦੇ ਜੀਵਨ ਦੇ ਅੰਦਰ ਦੁੱਖ, ਚਿੰਤਾਵਾਂ, ਭੈ, ਸੰਸੇ ਬਣੇ ਰਹਿਣਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ, ਅਸ਼ਾਂਤੀ ਖਤਮ ਹੋਵੇ ਤਾਂ ਫਿਰ ਸਾਨੂੰ ਗੁਰੂ ਸ਼ਬਦ ਦੀ ਚੋਟ ਲੱਗਣੀ ਚਾਹੀਦੀ ਹੈ। ਭਾਵ ਕਿ ਆਪਣੇ ਮਨ ਦੀ ਮੱਤ ਛੱਡ ਕੇ ਗੁਰਮਤ ਆਸ਼ੇ ਅਨੁਸਾਰ ਜੇ ਜ਼ਿੰਦਗੀ ਜੀਵੀਏ ਤਾਂ ਅਸੀਂ ਰੱਬੀ ਚਰਨਾਂ ਦੇ ਅੰਦਰ ਟਿਕ ਸਕਦੇ ਹਾਂ। ਸਾਡਾ ਨਿਵਾਸ ਪ੍ਰਭੂ ਦੇ ਚਰਨਾਂ ਵਿੱਚ ਹੋ ਸਕਦਾ ਹੈ।